They also actually produced some Akali Sandesh or messages in the same ragas. फिर ਇਹ ਵਾਰੀ ਆਈ ਗੁਰੂ ਰਾਮਦਾਸ ਸਾਹਿਬ ਦੀ। ਗੁਰੂ ਰਾਮਦਾਸ ਸਾਹਿਬ ਜੀ ਨੇ ਇੱਕ ਵੱਡੀ ਇਜ਼ਾਫੀਅਤ ਕੀਤੀ, ਮਤਲਬ 19 ਤੋਂ 30 ਦਾ ਸਫ਼ਰ ਕਰਦਾ। 11 ਰਾਗ ਗੁਰੂ ਰਾਮਦਾਸ ਸਾਹਿਬ ਜੀ ਨੇ ਦਰਜ ਕੀਤੇ ਨੇ। ਇਹਦੇ ਵਿੱਚ 11 ਰਾਗਾਂ ਦੀ ਪ੍ਰਾਰੰਭਤਾ ਜਿਵੇਂ ਦੇਵ ਗੰਧਾਰੀ ਹੈ, ਮਹੱਲਾ ਚੌਥਾ ਤੋਂ ਹੋ ਰਹੀ ਹੈ, ਮਹੱਲਾ ਪਹਿਲਾ ਤੋਂ ਨਹੀਂ ਹੋ ਰਹੀ। ਸੋ ਗੁਰੂ ਰਾਮਦਾਸ ਸਾਹਿਬ ਦੀ ਨਵਾਜ਼ਿਸ਼ ਹੈ। ਮਤਲਬ ਉਸ ਦਿਨ ਬਾਤ ਕਰ ਰਹੇ ਸੀ ਨਾ ਕਿ ਪੂਰੀ ਹੋਈ ਕਰਾਮਾਤ, ਇਹ ਕਰਾਮਾਤ ਹੈ। ਇਹ ਹੈ ਸਹੀ ਰੂਪ ਦੇ 'ਚ ਉਸ ਗੁਰੂ ਹਸਤੀ ਦਾ ਅਹਿਸਾਸ। ਖੈਰ ਜੋ ਹੁਕਮਨਾਮਾ ਅੱਜ ਸਾਨੂੰ ਪ੍ਰਾਪਤ ਹੋ ਰਿਹਾ, ਇਹਦਾ ਸਿਰਨਾਮਾ ਦੇਵ ਗੰਧਾਰੀ ਹੈ। ਜੇ ਪਿੱਛੇ ਦੇਖਦੇ ਹਾਂ ਤੇ ਰਾਗ ਦੇਵ ਗੰਧਾਰੀ ਮਹੱਲਾ ਚੌਥਾ ਕਰ ਪਹਿਲਾ, ਇਸ ਸਿਰਨਾਮੇ ਹੇਠ ਇਹ ਸ਼ਬਦ ਆ ਰਿਹਾ ਹੈ। ਇਸ ਲੜੀ ਦੇ ਵਿੱਚੋਂ ਜੋ ਅਸੀਂ ਪੜ੍ਹਦੇ ਹਾਂ ਤੇ ਇਹ ਚੌਥਾ ਸ਼ਬਦ ਬਣਦਾ ਹੈ। ਬਚਨ ਪ੍ਰਾਰੰਭ ਕਰ ਰਹੇ ਹਾਂ। ਬਿਲਕੁਲ ਪਹਿਲਾ ਹੀ ਜਿਹੜਾ ਪਦ ਆਇਆ ਉਹ ਰਹਾਉ ਦਾ ਬੰਦ ਆ। ਟੋਟਲ 2 ਵਾਕਾਂ 2 ਪਦਿਆਂ ਦਾ ਬਚਨ ਹੈ। ਗੁਰਦੇਵ ਕਹਿ ਰਹੇ ਨੇ, ਅਬ ਹਮ ਚਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ ਰਹਾ। ਅਬ ਹਮ ਚਲੀ ਠਾਕੁਰ ਪਹਿਹਾਰ। ਇੰਗਲਿਸ਼ 'ਚ ਇੱਕ ਸੇਇੰਗ ਹੈਗੀ ਹੈ, ਉਹ ਕਹਿੰਦੇ ਨੇ ਕਿ ਡਿਵੋਸ਼ਨ ਕਮਸ ਆਫਟਰ ਡੈਡੀਕੇਸ਼ਨ। ਇਫ we are not dedicated ourselves or we are not dedicating ourselves toward highest authority, then definitely we won't be able to enjoy the devotion at all. ਭਗਤੀ ਜਿਹਨੂੰ ਅਸੀਂ ਕਹਿੰਦੇ ਹਾਂ। ਇਹਦੇ ਅੰਦਰ ਮਹਾਰਾਜ ਨੇ ਵਾਰ-ਵਾਰ ਕਿਹਾ, ਆਪਣੇ ਆਪ ਨੂੰ ਨਿਉਛਾਵਰ ਕਰਦੇ, ਆਪਣੇ ਆਪ ਨੂੰ ਸਮਰਪਿਤ ਕਰਦੇ। ਸਮਰਪਿਤ ਕਿਹਦੇ ਕਰਨਾ ਆ? ਅਬ ਹਮ ਚੱਲੀ ਠਾਕੁਰ ਪਹਿਹਾਰ। ਮੈਂ ਆਪਣਾ ਆਪਾ ਠਾਕੁਰ ਦੇ ਅੱਗੇ ਹਾਰ ਦਿੱਤਾ, ਆਪਣਾ ਆਪਾ ਰੱਖ ਦਿੱਤਾ। ਅਤੇ ਇਹ ਬੜੀ ਬੇਸਿਕ ਸਿੱਖਿਆ ਆ ਗੁਰਬਾਣੀ ਦੇ। ਤੁਸੀਂ ਵਾਰ-ਵਾਰ ਇਹਦੀ ਰੈਪੀਟੀਸ਼ਨ ਪੜ੍ਹੋਗੇ। ਜਿਵੇਂ ਆਪਾਂ ਅਰਦਾਸ ਹੀ ਕਰਦੇ ਹਾਂ, ਜੇ ਹੁਣ ਅਰਦਾਸ ਸ਼ਮੂਲੀਅਤ ਪਾ ਰਹੇ ਸੀ, ਤੁਮ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਸਮਰਪਣ ਹੈ। ਜਿੰਦ ਵੀ ਤੇਰੀ ਹੈ, ਪਿੰਡ ਵੀ ਤੇਰਾ ਆ। ਮੈਂ ਆਪਣਾ ਆਪਾ ਤੇਰੇ ਅੱਗੇ ਰੱਖ ਰਿਹਾ। ਮਾਲਕ ਤਰਸ ਕਰੀ, ਮੈਨੂੰ ਨਵਾਜ਼ ਦੇਈਂ। ਇਸ ਨੂੰ ਅਸੀਂ ਜੇ ਹੋਰ ਰੰਗਾਂ 'ਚ ਦੇਖਦੇ ਹਾਂ, ਜੇ ਸਾਖੀ ਰੂਪ ਵਿੱਚ, ਪ੍ਰਮਾਣ ਰੂਪ ਵਿੱਚ ਲੈ ਕੇ ਆਈਏ, ਤਾਂ ਇਸ ਤਰ੍ਹਾਂ ਬਚਨ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਜਗਤ ਜਲੰਦੇ ਨੂੰ ਤਾਰਦੇ ਹੋਏ ਜਦੋਂ ਆਪ ਇਸ ਧਰਤੀ ਦੇ ਉੱਤੇ, ਧਰਤੀ ਗੁਰੂ ਨਾਨਕ ਸਾਹਿਬ ਦੀ ਕਦਮ ਬੋਸੀ ਕਰਦੀ ਹੈ। ਮਤਲਬ ਗੁਰੂ ਨਾਨਕ ਸਾਹਿਬ ਕਦਮ ਰੱਖ ਰਹੇ, ਧਰਤੀ ਉਹਨਾਂ ਚਰਨਾਂ ਦੀ ਬੋਸੇ ਲੈ ਰਹੀ ਹੈ, ਨਵਾਜ ਰਹੇ ਨੇ ਸਾਹਿਬ ਪਾਤਸ਼ਾਹ। ਸੋ ਉਸ ਸਮੇਂ ਮਹਾਰਾਜ ਪਹਿਲੀ ਉਦਾਸੀ ਦੇ ਸਮੇਂ ਸੈਦਪੁਰ, ਜਿਹਦਾ ਨਾਮ ਬਾਅਦ ਵਿੱਚ ਐਮਨਾਬਾਦ ਬਣਿਆ, ਕਿਉਂਕਿ ਸ਼ਹੀਦਾਂ ਦਾ ਪਿੰਡ ਸੀਗਾ, ਬਾਬਰ ਨੇ ਉਜਾੜਿਆ ਸੀ ਬੜੀ ਬੁਰੀ ਤਰ੍ਹਾਂ। ਮੁੜ ਕੇ ਬਾਬਰ ਦੀ ਬੰਸਾਵਲੀ ਨੂੰ ਤੱਕ ਕੇ ਬਾਹਰ ਆਪ ਗੱਦੀ 'ਤੇ ਬੈਠਾ ਪਠਾਨ ਸ਼ੇਰਸ਼ਾਹ ਸੂਰੀ, ਅਤੇ ਉਹਨੂੰ ਪਾਲਣ ਵਾਲੀ ਦਾਈ ਸੈਯਦ ਸੀ। ਉਹ ਮਤਲਬ ਸ਼ੀਆ ਜਾਈ ਸੀਗੀ, ਐਮਨਾਬਾਦ ਤੋਂ ਸੀ, ਅਤੇ ਉਹਦਾ ਨਾਂ ਹੀ ਐਮਨਾ ਸੀਗਾ। ਅਤੇ ਇਸ ਕਰਕੇ ਬਾਬਰ ਦੇ ਜਿਹੜੇ ਭਾਰਤੀ ਖਿੱਤੇ 'ਤੇ ਪਏ ਹੋਏ ਨਿਸ਼ਾਨ ਸੀਗੇ, ਉਹਨਾਂ ਨੂੰ ਮਟੇਂਦਿਆਂ ਹੋਇਆਂ ਉਸਨੇ ਪਹਿਲਾ ਕੰਮ ਇਹ ਕੀਤਾ ਕਿ ਉਹਦੇ ਸਭ ਤੋਂ ਪਹਿਲੇ ਉਜਾੜੇ ਹੋਏ ਨਗਰ ਸੈਦਪੁਰ ਨੂੰ ਆਬਾਦ ਕੀਤਾ, ਤਾਂ ਉਹਦਾ ਨਾਂ ਹੀ ਰੱਖਿਆ ਐਮਨਾਬਾਦ। ਚਲੋ ਜੋ ਵੀ ਹੋਇਆ ਹੋਏ, ਵੈਸੇ ਸ਼ਹੀਦਾਂ ਦਾ ਇਹ ਵਿਸ਼ਵਾਸ ਸੀਗਾ ਕਿ ਭਾਵੇਂ ਅਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਨਹੀਂ ਮੰਨੀ, ਪਰ ਸਾਹਿਬ ਪਾਤਸ਼ਾਹ ਦੇ ਕਦਮ ਪਏ ਨੇ ਇਸ ਪਿੰਡ ਦੇ ਵਿੱਚ। ਇਹ ਪਿੰਡ ਉਜੜ ਨਹੀਂ ਸਕਦਾ, ਇਹ ਆਬਾਦ ਹੋਏਗਾ। ਇੰਨੇ ਉਜੜਨ ਤੋਂ ਬਾਅਦ ਵੀ ਲੋਕ ਕਹਿਣ ਲੱਗੇ, ਹੁਣ ਕਿੱਥੇ ਆਬਾਦ ਹੋਏਗਾ ਇਹ, ਹੁਣ ਤਾਂ ਉਜੜ ਗਿਆ। ਬਾਬਰ ਨੇ ਕੋਈ ਚੀਜ਼ ਛੱਡੀ ਨਹੀਂ ਇੱਥੇ। ਪਰ ਕਮਾਲ ਇਹ ਹੋ ਗਈ ਕਿ ਉਹ ਫਿਰ ਨਗਰ ਵਸਿਆ, ਅਤੇ ਐਮਨਾਬਾਦ ਉਸ ਰੂਪ ਦੇ 'ਚ ਨਾਮ ਬਦਲ ਗਿਆ, ਪਰ ਫਿਰ ਵਸੇਬਾ ਹੋਇਆ ਉਹਦਾ। ਖੈਰ ਤਵਾਰੀਖ ਬੜੇ ਰੰਗ ਬਿਆਨ ਕਰਦੀ। ਵੀ ਗੋ ਟੂਵਰਡ ਹਿਸਟੋਰੀਕਲ ਔਰ ਹਿਸਟਰੀ ਸਾਈਡ, ਦੈਨ ਇਟਸ ਅਮੇਜ਼ਡ। ਬਾਬਾ ਜੀ ਇਸ ਨਗਰ 2 ਵਾਰੀ ਗਏ ਨੇ, ਤਵਾਰੀਖ ਕਹਿੰਦੀ ਹੈ। ਪਹਿਲੀ ਵਾਰੀ
ਭਾਈ ਲਾਲੋ ਨੂੰ ਮਿਲਣ ਗਏ ਸੀਗੇ। ਜਦੋਂ ਭਾਈ ਲਾਲੋ ਨੂੰ ਮਿਲਣ ਗਏ ਤੇ ਮਹਾਰਾਜ ਨੇ, ਮੈਂ ਸੋਚਦਾ ਕੈਸਾ ਦਰਵਾਜ਼ਾ ਹੋਏਗਾ ਉਹ, ਕੈਸੀਆਂ ਬਰੂਹਾਂ ਹੋਣਗੀਆਂ, ਕੈਸਾ ਵਿਹੜਾ ਹੋਏਗਾ ਜਿੱਥੇ ਗੁਰੂ ਨਾਨਕ ਆਪ ਤੁਰ ਕੇ ਗਿਆ ਹੈ ਨਾ, ਜਾ ਕੇ ਦਸਤਕ ਦਿੱਤਾ ਮਹਾਰਾਜ ਨੇ। ਤੇ ਕਹਿੰਦੇ ਨੇ ਲਾਲੋ ਦੇ ਘਰੋਂ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ, ਬਾਬਾ ਜੀ ਨੂੰ ਉਹਨਾਂ ਨੇ ਜੀ ਆਇਆਂ ਕਿਹਾ, ਖੈਰ ਮਕਦਮ ਕਿਹਾ। ਇੱਕ ਬੜਾ ਵੱਡਾ ਸਮਾਜ ਦੇ ਵਿੱਚ ਇੱਕ ਮਤਲਬ ਤਬਦੀਲੀ ਸੀ। ਲਾਲੋ ਨੂੰ ਮਤਲਬ ਨੀਵੀਂ ਜਾਤ ਵਿੱਚੋਂ, ਕਿਉਂਕਿ ਅਸੀਂ ਕਈ ਵਾਰੀ ਚੀਜ਼ਾਂ ਨੂੰ ਸਹੀ ਪਰਸਪੈਕਟਿਵ ਵਿੱਚ ਵੇਖਦੇ ਵੀ ਨਹੀਂ, ਅਜੇ ਤੱਕ ਵੀ ਲੋਕ ਇਹ ਵਰਡ ਯੂਜ਼ ਕਰ ਲੈਂਦੇ ਨੇ, ਲੈ ਇਹ ਤਾਂ ਕਮੀ ਹੈ। ਹਾਲਾਂਕਿ ਜਿਹਨੇ ਸਮਾਜ ਵਿੱਚ ਕੰਮ ਕਰਨਾ ਆ, ਸਮਾਜ ਵਿੱਚ ਵੈਲਿਊ ਹੀ ਉਹਦੀ ਆ, ਹੋਰ ਦੀ ਤੇ ਵੈਲਿਊ ਹੀ ਨਹੀਂ ਹੈਗੀ। ਵਿਹਲੜ ਨੂੰ ਤਾਂ ਬਾਬਾ ਜੀ ਪਸੰਦ ਹੀ ਨਹੀਂ ਕਰਦੇ, ਜਿਨ੍ਹਾਂ ਦਾ ਮਕਸਦ ਹੀ ਇਹ ਸੀਗਾ ਕਿ 3 ਪਿੱਲਰਾਂ ਤੇ ਧਰਮ ਖੜਦਾ ਆ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਇਹ ਤੇ ਕਿਰਤੀਆਂ ਦੀ ਜਮਾਤ ਆ, ਜਿਨ੍ਹਾਂ ਨੇ ਕਿਰਤ ਦੇ ਰਾਹ ਦੇ ਰਾਗੀਰ ਹੋਣਾ ਆ। ਪਰ ਇਹ ਕੀ ਹੋਇਆ, ਬੇਦੀਆਂ ਦਾ ਪੁੱਤ ਕਮੀਆਂ ਦੇ ਘਰ, ਮਤਲਬ ਸਮਾਜ ਦੀ ਮੰਤਰ ਹੀ ਇਸ ਕਿਸਮ ਦੀ ਬਣੀ ਨਾ। ਪਰ ਬਾਬਾ ਨਾਨਕ ਉੱਥੇ ਮਾਨਵਤਾ ਦਾ ਆਸ਼ਿਕ ਆ, ਉੱਥੇ ਗੁਣਾਂ ਦਾ ਆਸ਼ਿਕ ਆ। ਉਸ ਦਹਲੀਜ਼ ਤੇ ਜਾ ਖੜੇ, ਜਿਵੇਂ ਅੰਦਰ ਵੜੇ ਤੇ ਭਾਈ ਲਾਲੋ ਜੀ ਆਪਣੀ ਜੋ ਲੱਕੜ ਦੀ ਤਰਖਾਣਾ ਕਿਰਿਆ ਹੁੰਦੀ ਉਹ ਕਰ ਰਹੇ ਨੇ, ਕਿੱਲੇ ਕੱਢ ਰਹੇ ਨੇ, ਕੁਝ ਹੋਰ ਜੋ ਕਾਰਗੁਜ਼ਾਰੀ ਹੋ ਰਹੀ ਹੈ ਲੱਕੜ ਦੀ ਉਹ ਕਰ ਰਹੇ ਉਸ ਰੂਪ ਦੇ ਵਿੱਚ। ਬਾਬਾ ਜੀ ਭਾਈ ਲਾਲੋ ਨੂੰ ਤੱਕਦੇ ਤੇ ਆਵਾਜ਼ ਦੇ ਕੇ ਕਹਿੰਦੇ, ਤੇ ਇੱਥੋਂ ਮੰਨਿਆ ਜਾਏਗਾ ਕਿ ਲਾਲੋ ਕੁਝ ਵਾਕਫ ਸੀ ਗੁਰੂ ਨਾਨਕ ਸਾਹਿਬ ਬਾਰੇ, ਕੁਝ ਤਿਆਰੀ ਸੀ ਉਹਦੀ, ਕੁਝ ਅੰਦਰ ਦੀ ਅਰਦਾਸ ਹੋਏਗੀ ਜਿਹੜੀ ਅੱਜ ਪੁੱਗ ਗਈ, ਜਿੱਥੇ ਅੱਜ ਗੁਰੂ ਨਾਨਕ ਸਾਹਿਬ ਨੇ ਦੀਦਾਰ ਪਾ ਦਿੱਤੇ। ਤੇ ਜਦੋਂ ਬਾਬਾ ਜੀ ਨੇ ਦੇਖਿਆ ਤੇ ਬਾਬਾ ਜੀ ਆਵਾਜ਼ ਦੇ ਕੇ ਕਹਿੰਦੇ ਕਿ ਲਾਲੋ ਸਾਰੀ ਉਮਰ ਕਿੱਲੇ ਹੀ ਕੱਢਦਾ ਰਹੇਗਾ, ਅਸੀਂ ਜੀਵਨ ਕੱਢਣਾ ਆਪਣਾ, ਪਤਾ ਤੈਨੂੰ ਲਾਲੋ, ਸਾਰੀ ਉਮਰ ਮੰਜੀਆਂ ਦੀਆਂ ਕਾਣਾਂ ਕੱਢੇਗਾ, ਅਸੀਂ ਮਨ ਦੀਆਂ ਕਾਣਾਂ ਕੱਢਣੀਆਂ ਨੇ। ਹੁਣ ਅੱਜ ਤੱਕ ਲਾਲੋ ਨੂੰ ਤੇ ਇਹ ਗੱਲ ਕਿਸੇ ਨੇ ਨਹੀਂ ਕਹੀ। ਲਾਲੋ ਉੱਠਿਆ, ਮਹਾਰਾਜ ਜੀ ਦੇ ਚਰਨਾਂ ਤੇ ਝੁਕਿਆ, ਸਿਜਦਾ ਕੀਤਾ, ਮੰਜਾ ਖਿੱਚ ਕੇ ਬਿਠਾਇਆ, ਜੀ ਆਇਆ ਗਿਆ। ਲਾਲੋ ਤੇ ਉਹਦੀ ਘਰੋਂ ਉਹਨਾਂ ਨੂੰ ਅਹਿਸਾਸ ਨਾ ਹੋਏ ਬਾਬਾ ਜੀ ਨੂੰ ਕਿੱਥੇ ਬਿਠਾਈਏ, ਕੀ ਸੇਵਾ ਕਰੀਏ, ਕੀ ਸਭ ਬਾਤ। ਐਸਾ ਮਾਹੌਲ, ਇਸ ਕਿਸਮ ਦਾ ਹਾਲਾਤ ਬਣੇ। ਖੈਰ ਹੁਣ ਲਾਲੋ ਦਾ ਘਰ ਅਸਲ ਦੇ ਵਿੱਚ ਸੰਗਤ ਬਣ ਗਿਆ। ਉੱਥੇ ਇੱਕ ਧਰਮਸਾਲ ਬਣ ਗਈ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਵਾ। ਇੰਝ ਕਹਿ ਲਓ ਕਿ ਉਹਦੇ ਘਰ ਵਸੋਵਾ ਹੋ ਗਿਆ, ਵਿਸਾਖੀ ਆ ਗਈ। ਉਹ ਤੇ ਮਤਲਬ ਇਸ ਤਰ੍ਹਾਂ ਨਾਲ ਜਿਹੜਾ ਹੈਗਾ ਕਿ ਫੂਲੀ ਬੰਦਰਾਏ ਬਣ ਗਈ ਸਾਰੀ। ਖੈਰ ਬਾਤ ਇਹ ਬਣੀ ਕਿ ਲਾਲੋ ਨੇ ਬੜੀ ਉਸ ਸ਼ਾਮ ਨੂੰ ਮਾਣਿਆ, ਦਿਨ ਚੜ੍ਹਿਆ, ਮਹਾਰਾਜ ਨੇ ਹਰੀ ਦੀ ਕੀਰਤੀ ਗਾਈ, ਸਭ ਚੀਜ਼ਾਂ ਹੋਈਆਂ। ਹੁਣ ਜਦੋਂ ਗਿਰਾਂ ਦੇ ਪਿੰਡ ਦੇ ਜੋ ਸੰਗਤ ਵਿੱਚ ਲੋਕ ਬੈਠੇ ਸੀ ਆ ਕੇ, ਉਹ ਆਖਰਕਾਰ ਵਿਦਾ ਹੋਏ ਤੇ ਹੁਣ ਰਹਿ ਗਏ ਭਾਈ ਲਾਲੋ ਜੀ, ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ। ਹੁਣ ਭਾਈ ਲਾਲੋ ਜੀ ਗੁਰੂ ਨਾਨਕ ਸਾਹਿਬ ਨਾਲ ਬਾਤ ਪਾਉਂਦੇ, ਤੇ ਬਾਤ ਪਾਉਂਦੇ ਆਏ ਕਹਿੰਦੇ ਕਿ ਬਾਬਾ ਗੱਲ ਇਹ ਹੈ ਕਿ ਦੇਖ, ਜਿਵੇਂ ਮਰਦਾਨਾ ਜੀ ਇੱਕ ਜਗ੍ਹਾ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਵੀ ਬਾਬਾ ਨਾਨਕ ਜੀ, ਤੇਰੇ ਤੇ ਮੇਰੇ 'ਚ ਕੋਈ ਬਹੁਤਾ ਫਰਕ ਹੈ ਨਹੀਂਗਾ। ਮੈਂ ਦੁਨੀਆਦਾਰਾਂ ਦਾ ਡੂਮ ਆ ਤੇ ਤੂੰ ਰੱਬ ਦਾ ਡੂਮ ਹੈ। ਗੱਲ ਤੇ ਇੱਕੋ ਹੀ ਹੈ, ਹੈਗੇ ਦੋਨੋਂ ਹੀ ਅਸੀਂ ਮਿਰਾਸ਼ੀ ਹਾਂ। ਮੈਂ ਦੁਨੀਆਦਾਰ ਦਾ ਮਿਰਾਸ਼ੀ ਹਾਂ ਤੇ ਤੂੰ ਰੱਬ ਦਾ ਮਿਰਾਸ਼ੀ। ਮਤਲਬ ਕਿਆ ਪਿਆਰ ਦੀ ਬਾਤ ਹੀ ਹੈ ਨਾ, ਦੇਖੋ ਕਿਸ ਰੂਪ ਦੇ ਵਿੱਚ ਬਾਤ ਹੁੰਦੀ। ਇੱਥੇ ਭਾਈ ਲਾਲੋ ਜੀ ਬਾਬਾ ਜੀ ਨੂੰ ਬਾਤ ਕਰਦੇ ਤੇ ਕਹਿੰਦੇ, ਬਾਬਾ ਗੱਲ ਇਹ ਹੈ ਵੀ ਤੇਰੇ ਤੇ ਮੇਰੇ 'ਚ ਕੋਈ ਬਹੁਤਾ ਫਰਕ ਹੈ ਨਹੀਂਗਾ। ਮੈਂ ਤੈਨੂੰ ਦੱਸਦਾ ਹਾਂ, ਫਰਕ ਇੰਨਾ ਕੀ ਹੈ ਕਿ ਮੈਂ ਕਾਰੀਗਰ ਹਾਂ ਲੱਕੜ ਦਾ, ਲੱਕੜ ਦੀ ਕਾਰੀਗਰੀ ਜਾਣਦਾ ਆ, ਤੇ ਤੂੰ ਕਾਰੀਗਰ ਆ ਮਨੁੱਖਤਾ ਦੇ ਘੜਨ ਦਾ, ਮਨੁੱਖਤਾ ਦੇ ਜੀਵਨ ਦੇ ਘਾੜੇ ਦਾ। ਹੈਗੇ ਦੋਨੋਂ ਕਾਰੀਗਰੀ, ਫਰਕ ਬਹੁਤਾ ਨਹੀਂ ਹੈ। ਤੇ ਬਾਬਾ ਮੈਂ ਤੈਨੂੰ ਇੱਕ ਗੱਲ ਦੱਸਾਂ, ਮੈਂ ਐਸਾ ਕਾਰੀਗਰ ਆ, ਤੇਰੀ ਅਸੀਸ ਕਰਕੇ, ਰੱਬ ਦੀ ਬਖਸ਼ਿਸ਼ ਕਰਕੇ। ਆ ਪੂਰਾ ਨਗਰ ਆ ਮੇਰਾ ਸੈਦਪੁਰ, ਤੇ ਇਸ ਨਗਰ ਦੀ ਮੇਰੇ ਕੋਲ ਸੇਪ ਆ। ਆਪ ਨੂੰ ਪਤਾ ਹੋਏਗਾ ਪੰਜਾਬੀ ਦਾ ਵਰਡ ਹੈ। ਪੂਰੇ ਪਿੰਡ ਦਾ ਕੰਮ ਮੈਂ ਸੰਭਾਲਦਾ ਆ, ਸਾਰਾ ਲੱਕੜ ਦਾ ਕੰਮ।
ਇੱਕ ਟ੍ਰੈਡੀਸ਼ਨਲ ਵੇ ਦੇ ਨਾਲ ਇੱਕ ਕਲਚਰ ਸੀਗਾ ਉਸ ਖਿੱਤੇ ਦੇ ਵਿੱਚ, ਜਿਸ ਕਲਚਰ ਨੂੰ ਯੂਰਪੀਅਨ ਮਾਰਕੀਟ ਪਾਲਿਸੀ ਖਾ ਗਈ। ਅਤੇ ਉਸ ਤੋਂ ਬਾਅਦ ਉਸ ਸਮਾਜ ਦੇ ਵਿੱਚ ਇੱਕ ਐਸਾ ਹਾਲਾਤ ਪੈਦਾ ਹੋਏ ਕਿ ਜਿਹਦੇ ਨਾਲ ਸਮਾਜ ਦੀ ਸਾਰੀ ਜਿਹੜੀ ਪ੍ਰੋਸਪੈਰਿਟੀ ਸੀ ਉਹ ਖਤਮ ਹੋ ਗਈ, ਅਤੇ ਇੱਕ ਅਜੀਬ ਤਰ੍ਹਾਂ ਦਾ ਹੱਬੜ ਵਾਹਾ, ਜਿਹਨੂੰ ਕਹਿ ਲਓ ਕਿ ਇੱਕ ਭੱਜ ਦੌੜ ਉਸ ਰੂਪ ਵਿੱਚ ਪੈ ਗਈ। ਨਹੀਂ ਤਾਂ ਹੁੰਦਾ ਇਹ ਸੀਗਾ ਕਿ ਜਿਹੜੀਆਂ ਇੱਕ ਦੂਸਰੇ ਖਿੱਤੇ ਦੀਆਂ ਲੋੜਾਂ ਸੀਗੀਆਂ ਉਹ ਇੱਕੋ ਪਿੰਡ ਗਿਰਾਂ ਵਿੱਚ ਪੂਰੀਆਂ ਹੁੰਦੀਆਂ ਸੀਗੀਆਂ। ਇੱਕ ਦੂਜੇ ਦੇ ਉੱਤੇ ਕੋ ਡਿਪੈਂਡੈਂਟ ਇੱਕ ਇਕੋਨਮੀ ਬਣੀ ਸੀਗੀ। ਮਤਲਬ ਜੇ ਕੋਈ ਲੱਕੜ ਦਾ ਕਾਰਜ ਆ ਉਸ ਪਿੰਡ ਦੇ ਕੁਝ ਲੋਕਾਂ ਨੇ ਉਹ ਕਰਨਾ ਆ, ਜੇ ਕੋਈ ਦੂਸਰਾ ਕਾਰਜ ਆ ਕੱਪੜੇ ਦਾ ਹੈ ਉਹ ਉਸ ਕਿਸਮ ਦੇ ਲੋਕਾਂ ਨੇ ਕਰਨਾ, ਕਰਸਾਨੀ ਦਾ ਕੰਮ ਉਹਨਾਂ ਨੇ ਕਰਨਾ। ਇਵਨ ਬੜਾ ਇਸ ਰੂਪ ਦੇ ਵਿੱਚ ਸੀਗਾ। ਜਿਵੇਂ ਹੀ ਯੂਰਪੀਅਨ ਕਲੋਨੀਅਲ ਇੰਡਸਟਰੀ ਲੈ ਕੇ ਪਹੁੰਚੇ ਨੇ ਉੱਥੇ, ਇਹਨਾਂ ਨੇ ਵੱਡੀ ਇੱਕ ਮਾਰਕੀਟ ਰਾ ਮਟੀਰੀਅਲ ਵਾਸਤੇ, ਆਪਣਾ ਕੱਚਾ ਸਮਾਨ ਤਿਆਰ ਕਰਨ ਵਾਸਤੇ ਉਹ ਤਿਆਰ ਕਰਵਾਈ, ਅਤੇ ਨਾਲ ਦੀ ਨਾਲ ਜਿਹੜਾ ਤਿਆਰ ਮਟੀਰੀਅਲ ਸੀਗਾ, ਮਤਲਬ ਤੁਸੀਂ ਤਾਂ ਕਈ ਵਾਰੀ ਪੜ੍ਹਦੇ ਹੋ ਤੱਥ 'ਤੇ ਅੱਜ ਕੱਲ੍ਹ ਹੈਰਾਨ ਹੋ ਜਾਂਦੇ ਹੋ ਕਿ ਜਿਹੜੇ ਲੋਕ ਹੱਡੀਆਂ ਬੁਣਦੇ ਸੀਗੇ, ਮਤਲਬ ਜਿਹੜੀ ਭਾਰਤ ਦੀ ਬਣੀ ਹੋਈ ਆ, ਇਹ ਸਾਊਥ ਏਸ਼ੀਅਨ ਖਿੱਤੇ ਦੀ ਬਣੀ ਹੋਈ ਮਲਮਲ ਸੀਗੀ, ਰੇਸ਼ਮ ਸੀਗਾ, ਇਹਦੀ ਇੰਨੀ ਡਿਮਾਂਡ ਸੀਗੀ ਦੁਨੀਆ ਪੱਧਰ ਦੇ ਵਿੱਚ। ਇਹਨਾਂ ਕਾਰੀਗਰਾਂ ਦੇ ਬਕਾਇਦਾ ਤੌਰ 'ਤੇ ਪਹਿਲਾਂ ਹੱਥ ਵੱਢਦੇ ਰਹੇ, ਫਿਰ ਜੋ ਕਿਹਾ ਹੱਥ ਨਹੀਂ ਵੱਢਣ ਦੀ ਲੋੜ, ਅੰਗੂਠੇ ਵੱਢ ਦਿਓ ਬਸ, ਇਹ ਵੱਢਦੇ ਰਹੇ। ਇਹ ਅੰਗੂਠੇ ਵੱਢ ਕੇ ਮਤਲਬ ਕਾਰੀਗਰਤਾ ਖਤਮ ਕਰ ਦਿੱਤੀ। ਅਤੇ ਅੱਜ ਦੇ ਮਾਹੌਲ ਵਿੱਚ ਵੀ ਤੁਸੀਂ ਦੇਖੋ, ਮੈਨੂੰ ਯਾਦ ਆ ਕਿ ਜਦੋਂ ਟਰੈਕਟਰ ਆਖਰਕਾਰ ਬਹੁਤਾ ਲੰਬਾ ਸਮਾਂ, ਅਤੇ ਮੇਰੀ ਇੰਨੀ ਏਜ 'ਤੇ ਨਹੀਂ ਹੈਗੀ, ਪਰ ਟਰੈਕਟਰ ਆਮ ਕਰਕੇ ਜਿਹੜੀਆਂ ਇੱਕ ਦੋ ਮੇਨ ਕੰਪਨੀਆਂ ਹੁੰਦੀਆਂ ਸੀਗੀਆਂ, ਅਤੇ ਉਹਨਾਂ ਦੇ ਟਰੈਕਟਰ ਜਿਵੇਂ ਤੁਸੀਂ ਅੱਜ ਫਾਰਮ ਜਮ੍ਹਾਂ ਕਰਾ ਦਿਓ, ਪੈਸੇ ਜਮ੍ਹਾਂ ਕਰਾ ਦਿਓ, ਸਾਲ ਬਾਅਦ ਤੁਹਾਨੂੰ ਟਰੈਕਟਰ ਮਿਲੇਗਾ ਜੀ। ਆਈ ਹੈਵ ਸੀਨ ਦੈਟ ਥਿੰਗ ਟੂ। ਮਤਲਬ ਇਹ ਚੀਜ਼ ਹੋਈ ਉਸ ਰੂਪ ਦੇ ਵਿੱਚ। ਅਤੇ ਇਹ ਪੰਜਾਬ ਦੀ ਫਿਜ਼ਾਨ ਦੇ ਵਿੱਚ ਉਹਨਾਂ ਕਾਰੀਗਰਾਂ ਦੀ, ਉਹਨਾਂ ਰਾਮਗੜੀਆਂ ਦੀ ਇਹ ਖਾਸੀਅਤ ਹੈ ਕਿ ਟਰੈਕਟਰਾਂ ਨੂੰ ਉਹਨਾਂ ਨੇ ਲੋਹੇ ਦੇ ਭਾਅ ਤੋਲਤਾ। ਮਤਲਬ ਤੁਸੀਂ ਦੇਖੋ ਕੈਸ ਇੱਕ ਤੋਂ ਬਾਅਦ ਇੱਕ ਬੜੇ ਮਤਲਬ ਕਾਰਗਰ ਮਸ਼ੀਨਰੀ ਪੈਦਾ ਕਰ ਦਿੱਤੀ। ਜੇ ਦੇਖਿਆ ਜਾਏ ਕਿਰਸਾਨੀ ਦੇ ਵਿੱਚ ਇਤਨਾ ਵੱਡਾ ਸੁਧਾਰ ਉਹਨਾਂ ਨੇ ਲਿਆਂਦਾ ਆਪਣੇ ਤਰੀਕੇ ਦੀ, ਉੱਥੇ ਲੋਕਲ ਟੈਕਨੀਕ ਡਿਵੈਲਪ ਕਰਕੇ। ਜੇ ਕਿਤੇ ਉਸ ਨੂੰ ਥੋੜ੍ਹਾ ਜਿਹਾ ਜਿਵੇਂ ਇਹਨਾਂ ਮੁਲਕਾਂ ਦੇ ਸਬਸਿਡਾਈਜ਼ ਕੀਤਾ ਜਾਂਦਾ, ਉਤਸ਼ਾਹਿਤ ਕੀਤਾ ਜਾਂਦਾ, ਇਹ ਸਭ ਕੀਤੀਆਂ ਜਾਂਦੀਆਂ ਚੀਜ਼ਾਂ ਕਿਸ ਜਗ੍ਹਾ 'ਤੇ ਪਹੁੰਚ ਸਕਦੇ ਸੀ। ਪਰ ਇਹੀ ਖਾਮੀ ਹੈ ਐਕਚੁਅਲੀ, ਜਿਹੜੀ ਕਾਣ ਆ ਨਾ, ਇਹ ਸਾਰੇ ਨਿਜ਼ਾਮਤ ਦੇ ਵਿੱਚ ਆ। ਜੇ ਉੱਥੋਂ ਆ ਕੇ ਇੱਥੇ ਉਹ ਲੋਕ ਸਿਲੀਕਨ ਵੈਲੀ ਬਿਲਡ ਕਰ ਸਕਦੇ, ਇੱਥੇ ਆ ਕੇ ਤੁਸੀਂ ਸਰੀ ਡੈਲਟਾ ਏਰੀਏ 'ਚ ਚਲੇ ਜਾਓ, ਕਿਆ ਕਮਾਲ ਆ। ਮਤਲਬ ਬੰਦਾ ਹੈਰਾਨ ਹੁੰਦਾ ਆ, ਜੈਸੀ ਬਿਲਡਿੰਗ, ਜੈਸੇ ਘਰ ਉਹ ਤਿਆਰ ਕਰਦੇ ਸਾਡੇ ਮਤਲਬ ਲੋਕ ਜਿਹੜੇ ਨੇ, ਕਮਾਲ ਹੋ ਜਾਂਦੀ। ਐਸਾ ਕੰਮ ਜਿਹੜਾ ਆ, ਉਹ ਸਭ ਚੀਜ਼ਾਂ ਉੱਥੇ ਕਿਉਂ ਨਹੀਂ ਹੋ ਸਕਦੀਆਂ? ਜਦੋਂ ਉਹ ਜਿਹਾ ਉਹਨਾਂ ਨੂੰ ਗਰਾਊਂਡ ਹੀ ਪਲੇ ਕਰਨ ਵਾਸਤੇ ਨਹੀਂ ਮਿਲਣਾ, ਤਾਂ ਅਲਟੀਮੇਟਲੀ ਕੀ ਹੋਏਗਾ? ਦੇ ਵੋਂਟ ਬੀ ਏਬਲ ਟੂ ਐਕਚੁਅਲੀ ਜਿਹੜਾ ਹੈਗਾ ਪ੍ਰੈਜ਼ੈਂਟ ਦੇਅਰ ਟੈਲੈਂਟ, ਟੂ ਸ਼ੋ ਦੇਅਰ ਐਬਿਲਿਟੀਜ਼ ਓਵਰ ਹੇਅਰ, ਇਸ ਰੂਪ ਦੇ ਵਿੱਚ। ਖੈਰ, ਜਿਹੜੀ ਬੇਨਤੀ ਕਰ ਰਿਹਾ ਸੀਗਾ ਇਹਦੇ 'ਚ ਫਿਰ ਸਾਖੀ ਰੂਪ ਦੇ ਵਿੱਚ ਭਾਈ ਲਾਲੋ ਜੀ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਕਿ ਤੇਰੇ ਮੇਰੇ 'ਚ ਕੋਈ ਬਹੁਤਾ ਫਰਕ ਹੈ ਨਹੀਂਗਾ। ਮੈਂ ਕਾਰੀਗਰ ਹਾਂ, ਤੂੰ ਵੀ ਕਾਰੀਗਰ ਹੈ। ਮੇਰੀ ਸੇਪ ਆ ਪੂਰੇ ਨਗਰ ਦੀ। ਮੈਂ ਇਸ ਨਗਰ ਦੇ ਵਿੱਚ ਕਿਸੇ ਨੇ ਕੋਈ ਚਰਖਾ ਬਣਾਉਣਾ ਹੋਏ, ਕਿਸੇ ਨੇ ਕੋਈ ਪੰਜਾਲੀ ਬਣਾਉਣੀ ਹੋਏ, ਕਿਸੇ ਦੇ ਕੋਈ ਹਲ ਕੱਢਣੇ ਹੋਣ, ਮਤਲਬ ਜੋ ਚੀਜ਼ ਵੀ ਹੈ ਸਭ ਮੈਂ ਉਸ ਰੂਪ ਦੇ 'ਚ ਲੱਕੜ ਦੀ ਸਾਰੀ ਕਾਰਗੁਜ਼ਾਰੀ ਕਰਦਾ ਹਾਂ। ਬਾਬਾ ਪੂਰੇ ਨਗਰ ਜਾ ਕੇ ਪੁੱਛ ਲੈ, ਮੇਰੇ ਕੰਮ 'ਚ ਤੈਨੂੰ ਕੋਈ ਕਮੀ ਨਹੀਂ ਮਿਲੇਗੀ, ਖਾਮੀ ਨਹੀਂ ਮਿਲੇਗੀ ਬਿਲਕੁਲ ਵੀ। ਅਤੇ ਬਾਬਾ ਮੈਨੂੰ ਇਹ ਵੀ ਪਤਾ ਹੈ ਕੰਮ ਤੇਰੇ 'ਚ ਵੀ ਕੋਈ ਖਾਮੀ ਨਹੀਂ ਗੀ। ਜਿੱਥੇ ਤੂੰ ਹੱਥ ਲਾ ਦੇ ਉਹ ਵੀ ਚੀਜ਼ ਘਟੀ ਜਾਂਦੀ, ਉਹ ਵੀ ਚੀਜ਼ ਬਣ ਜਾਂਦੀ ਹੈ। ਬਾਬਾ ਕੱਲ੍ਹ ਤੁਸੀਂ ਆ ਕੇ ਕਿਹਾ ਸੀਗਾ ਲਾ ਲਓ ਸਾਰੀ ਉਮਰ ਕਿੱਲੇ ਹੀ ਘੜੇਗਾ, ਸਾਰੀ ਉਮਰ ਮੰਜੀਆਂ ਦੀਆਂ ਕਾਣਾ ਕੱਢੇਗਾ, ਜੀਵਨ ਕਦੋਂ ਘੜੇਗਾ, ਮਨ ਦੀਆਂ ਕਾਣਾ ਕਦੋਂ ਕੱਢੇਗਾ? ਬਾਬਾ ਮੈਂ ਤੈਨੂੰ ਸੱਚ ਦੱਸਾਂ, ਮੇਰੇ ਕੋਲ ਕੋਈ ਸਮਰੱਥਾ ਨਹੀਂ ਜੀਵਨ ਕੱਢਣ ਦੀ, ਮੇਰੇ ਕੋਲ ਕੋਈ ਸਮਰੱਥਾ ਨਹੀਂ ਮਨ ਦੀਆਂ ਕਾਣਾ ਕੱਢਣ ਦੀ। ਬਾਬਾ ਇਹ ਸਮਰੱਥਾ ਤੇਰੇ ਕੋਲ। ਤੇ ਹੁਣ ਤੂੰ ਆਇਆ ਤੇ ਤੂੰ ਇਹ ਬਾਤ ਮੈਨੂੰ ਕਹੀ ਹੈ। ਬਾਬਾ ਗੱਲ ਇਹ ਹੈ ਕਿ ਮੇਰੇ ਘਰ ਆਇਆ, ਹੁਣ ਮੇਰੇ ਘਰੋਂ ਜਾਈ ਉਦੋਂ ਜਦੋਂ ਮੇਰਾ ਜੀਵਨ ਘੜਿਆ ਜਾਏ, ਨਹੀਂ ਤੇ ਤੈਨੂੰ ਉਲਾਮਾ ਮਿਲੇਗਾ। ਬਾਬਾ ਲੋਕ ਕਹਿਣਗੇ ਤੂੰ ਕੰਮ ਨਹੀਂ ਪੂਰਾ ਕਰਕੇ ਗਿਆ। ਬਾਬਾ ਹੁਣ ਮੇਰੇ
घरों उस वक्त उतों जिहड़ा हैगा प्रस्थान पाउणा, उस वक्त तो इत्थों जिहड़ा हैगा जाना करना है जदों मेरे मन दियां काणां निकल जाण। नहीं तो बाबा ये उलामा तो तेरे वास्ते है। बाबा नानक जी सुन रहे, बड़े प्यार च भिजे हुए सारे बोल, तो बाबा जी मुस्कुरा रहे। बाबा जी कहिंदे भी लालो तेरी गल एवें ही मन ली जिवें तू कही, बस इस तो तेरी गल दे उत्ते ही मोहर लाती, बिल्कुल जिवें तू कहता एवें ही तस्दीक कर ली। पर लालो गल ये है, तेनों एक सवाल पूछा, तू इत्थे लक्कड़ दा काम करना है, कारीगर आ, कारीगरी दी तेरी बड़ी आभा आ इत्थे। जे तू सपोज जिवें असीं कहने आ भी किसे दी कोई हल कढ़ना होए, किसे दा कोई हल दा दस्ता पाउणा होए, किसे दा तू कोई जिहड़ा हैगा सुहागा बनाउणा होए, कोई चीज़ बनाउणी होए स्वरूप दे विच, अच्छा तू की कहना उहनूं जाके मैनूं दस तेरी की शर्त होएगी? कहण लगे जी बाबा शर्त क्यों नहीं है, मैं उन्होंने कहना कि मैनू लक्कड़ प्रोवाइड कराओ, तुसी जिहड़ी लक्कड़ तुहानूं जिस चीज़ का बनाउणा तुसी लक्कड़ लियाओ तो मैं हुणे कढ़ देना, बिल्कुल एन वधिया सुहागा बना देंगा, पंजाली बना देंगा, देसी भाषा च उस रूप में। बाबा जी कहण लगे भी ला लो भी गल मुकदी इत्थे है, दस की कढ़ाना? जीवन कढ़ाना है, लिया दे मैं कढ़दा आ। ला लो मन कढ़ाना है, लिया दे मन कढ़ देना। ये थोड़ा हो सकता ला लो तू मैनू मन भी ना दें तो फिर उलामा भी दें भी घड़िया नहीं गा, एवें नहीं होंदा। ला लो तू जीवन भी ना दें तो फिर कहें भी बाबा तू मेरे जीवन दियां काणां नहीं कढ़ियां, किवें होएगा? सच ये है जो कढ़ाउणा आ वो तो गुरु के हवाले करना पएगा, वो तो उस करतार के हवाले करना पएगा। जिहड़ा बचन है ना, अब हम चली ठाकुर पैहार, ਉਹਦੇ ਅੱਗੇ ਆਪਣਾ ਆਪਾ ਰੱਖ ਦੇਣਾ। ਬਹੁਤ ਤੁਸੀਂ ਜਦੋਂ ਲਿਟਰੇਚਰ 'ਚ ਜਾਂਦੇ ਹੋ ਇੱਕ ਤੋਂ ਇੱਕ ਬਿੰਬ ਮਿਲਦੇ ਨੇ। ਇੱਕ ਬੜਾ ਕਮਾਲ ਦਾ ਬਿੰਬ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਲਿਖਿਆ, ਬਹੁਤ ਸਕਾਲਰ ਬੰਦੇ ਸੀਗੇ, ਲੰਬਾ ਸਮਾਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਉਹਦੇ ਪ੍ਰਿੰਸੀਪਲ ਰਹੇ, ਬੜੀ ਦਾਨਸ਼ਮੰਦ ਹਸਤੀ ਸੀਗੀ। ਅਤੇ ਉਹਨਾਂ ਇੱਕ ਜਗ੍ਹਾ ਲਿਖਿਆ, ਉਹ ਕਹਿੰਦੇ ਕਿ ਪਿੰਡ ਦੀਆਂ ਕੁਝ ਸਵਾਣੀਆਂ ਰਲ ਕੇ, ਪੁਰਾਣੇ ਸਮੇਂ ਬਹੁਤਾ ਐਕਸਪੋਜ਼ਰ ਨਹੀਂ ਸੀ ਹੁੰਦਾ, ਉਸ ਸਮੇਂ ਦੀ ਬਾਤ ਕੀਤੀ। ਕਹਿੰਦੇ ਕਿ ਪਿੰਡ ਦੇ ਵਿੱਚੋਂ ਕੁਝ ਸਾਗ ਤੋੜਦੀਆਂ, ਕੁਝ ਵਹਿੰਦੀਆਂ ਵਹਿੰਦੀਆਂ ਖੇਤ ਖਲਿਹਾਨ ਦੂਰ ਨਿਕਲ ਗਈਆਂ ਅਤੇ ਨਿਕਲਦੀਆਂ ਨਿਕਲਦੀਆਂ ਸ਼ਹਿਰ ਦੇ ਨੇੜੇ ਪਹੁੰਚ ਗਈਆਂ। ਸ਼ਹਿਰ ਦੇ ਨੇੜੇ ਪਹੁੰਚ ਗਈਆਂ ਅਤੇ ਸ਼ਹਿਰ ਦੇ ਨੇੜੇ ਜਾ ਕੇ ਕੁਝ ਜਵਾਨ ਬੱਚੀਆਂ ਸੀਗੀਆਂ ਜਿਨ੍ਹਾਂ ਨੇ ਕਦੀ ਸ਼ਹਿਰ ਦੇਖਿਆ ਵੀ ਨਹੀਂ ਸੀਗਾ। ਉਹਨਾਂ ਨੇ ਕਿਸੇ ਵੱਡੀ ਮਾਂ ਨੂੰ, ਦਾਦੀ ਦਾ ਤਰਲਾ ਲਿਆ, ਦਾਦੀ ਮਾਂ ਪਲੀਜ਼ ਸਾਨੂੰ ਜਿਹੜਾ ਸ਼ਹਿਰ ਵਿਖਾ ਦੇ, ਅੱਜ ਦੇਖਣਾ ਸ਼ਹਿਰ ਦੇ ਬਿਲਕੁਲ ਨੇੜੇ ਤੇ ਹੈਗੀਆਂ ਵਾ ਅਸੀਂ। ਖੈਰੋ ਫਿਰ ਉਹ ਦਾਦੀ ਮਾਂ ਆਖੇ ਲੱਗ ਜਾਂਦੀ, ਉਹਨੂੰ ਸ਼ਹਿਰ ਲੈ ਜਾਂਦੀ। ਜਦੋਂ ਸ਼ਹਿਰ ਲੈ ਜਾਂਦੇ, ਬਾਜ਼ਾਰ ਵਿੱਚੋਂ ਲੰਘਦੀਆਂ ਅਤੇ ਲੰਘਦੀਆਂ ਹੋਈਆਂ ਬਾਜ਼ਾਰ ਵਿੱਚੋਂ ਲਲਾਰੀ ਦੀ ਦੁਕਾਨ ਦੇਖਦੀਆਂ। ਲਲਾਰੀ ਦੀ ਦੁਕਾਨ ਦੇ ਉੱਤੇ ਕੀ ਹੈ ਕਿ ਬੜੇ ਰੰਗ ਬਿਰੰਗੇ ਲੀੜੇ ਕੱਪੜੇ ਰੰਗ ਰੰਗ ਕੇ ਟੰਗੇ ਨੇ। ਫਿਰ ਉਹ ਲੀੜੇ ਕੱਪੜੇ ਵੇਖਦੀਆਂ ਅਤੇ ਫਿਰ ਆਪਣੇ ਸਿਰਾਂ 'ਤੇ ਲਈਆਂ ਹੋਈਆਂ ਚੁੰਨੀਆਂ ਦੇਖਦੀਆਂ, ਅਤੇ ਉਹ ਆਪਣੀਆਂ ਚੁੰਨੀਆਂ ਨੂੰ ਦੇਖਦੀਆਂ ਵੀ ਇਹ ਤਾਂ ਬੜੇ ਰੰਗ ਉੱਡੇ ਪਏ ਨੇ, ਰੰਗ ਹੀ ਨਹੀਂ ਹੈਗੇ ਨਾ, ਅਤੇ ਆਹ ਕਿੱਡੇ ਸੋਹਣੇ ਰੰਗ ਨੇ। ਅਤੇ ਉਹ ਫਿਰ ਅੱਗੇ ਵੱਧ ਕੇ ਉਹ ਪੁੱਛਦੀਆਂ ਲਲਾਰੀ ਨੂੰ ਵੀ ਲਲਾਰੀ ਕਿ ਤੇਰੀ ਕੀ ਮਜ਼ਦੂਰੀ ਹੈ ਇਹ ਕੱਪੜੇ ਰੰਗਣ ਦੀ? ਅਤੇ ਉਹ ਕਹਿੰਦਾ ਕਿ ਮਾਈ, ਉਹ ਪੁੱਛਦੀਆਂ ਵੀ ਲਲਾਰੀ ਦੱਸ ਖਾਂ ਤੇਰੀ ਕੀ ਮਜ਼ਦੂਰੀ? ਉਹ ਕਹਿੰਦਾ ਵੀ ਪੈਸੇ 4 ਤੇ 4 ਘੜੀ ਇੱਥੇ ਕੱਪੜੇ ਰਹਿਣ ਜ਼ਰੂਰੀ। ਉਹ ਕਹਿੰਦੀ ਵੀ ਜਦੋਂ ਉਹਨੇ ਪੁੱਛਿਆ ਕਿ ਮਾਏ ਪੁੱਛ ਇਸ ਨੂੰ ਇਹਦੀ ਕੀ ਮਜ਼ਦੂਰੀ, ਪੈਸੇ 4 ਤੇ 4 ਘੜੀ ਇੱਥੇ ਕੱਪੜੇ ਰਹਿਣ ਜ਼ਰੂਰੀ। ਉਹ ਕਹਿੰਦੇ ਵੀ ਪੈਸੇ ਤੇ ਆਨੇ ਦੇ 4 ਹੀ ਲੈਣੇ ਨੇ, ਮੈਂ ਬਹੁਤੇ ਨਹੀਂ ਹੈਗੇ, ਮਹਿੰਗਾਈ ਨਹੀਂ ਬਹੁਤੀ ਹੈਗੀ, 4 ਆਨੇ ਜੇ ਹੈਗੇ ਤਾਂ ਮੈਨੂੰ ਦੇ ਦਿਆ ਜੇ, ਕੜਾਇਆ ਤਪ ਰਿਹਾ, ਪਰ ਮੈਨੂੰ ਤੁਹਾਡੇ ਜਿਹੜੇ ਲੀੜੇ ਨੇ ਨਾ ਇਹ 4 ਘੜੀ ਚਾਹੀਦੇ ਨੇ ਇੱਥੇ। ਅਤੇ ਉਹ ਮਾਈਆਂ ਉਹਨੂੰ ਕਹਿੰਦੀਆਂ ਕਿ ਗੱਲ ਇਹ ਹੈ ਵੀ ਤੂੰ ਇੱਕ ਕੰਮ ਕਰ, ਤੂੰ ਪੈਸੇ ਲੈ ਲੈ ਸਾਡੇ ਤੋਂ 8, 4 ਨਹੀਂ 8 ਡਬਲ ਦੇ ਦੇਂਗੇ ਮਜ਼ਦੂਰੀ ਤੇਰੀ, ਪਰ ਅਸੀਂ ਕੱਪੜੇ ਸਿਰਾਂ ਤੋਂ ਲਾ ਕੇ ਤੈਨੂੰ ਨਹੀਂ ਦੇ ਸਕਦੀਆਂ ਨਾ, ਇਹ ਤੂੰ ਜਿਹੜਾ ਹੈਗਾ ਰੰਗ, ਤੇ ਰੰਗ ਸਾਡੇ ਸਿਰਾਂ 'ਤੇ ਪਏ। ਉਹ ਕਹਿੰਦਾ ਵੀ ਨਾ, ਲਲਾਰੀ ਕਹਿੰਦਾ ਇਹ ਮੇਰੀ ਮਜਬੂਰੀ ਹੈ ਵੀ ਮੈਂ ਜੇ ਕੱਪੜੇ ਰੰਗਣੇ ਨੇ ਤੇ ਉਹ ਮੇਰੇ ਹਵਾਲੇ ਕਰਨੇ ਪੈਣਗੇ ਤਾਂ ਰੰਗੇ ਜਾਣਗੇ, ਕਿਉਂਕਿ ਜੇ ਭੱਠੀ 'ਚ ਪੈਣਗੇ, ਇੱਕ ਕੁਠਾ ਇਹਦੇ 'ਚ ਪੈਣਗੇ ਜਿਹੜਾ ਹੈਗਾ ਭਾਂਡੇ ਦੇ ਵਿੱਚ, ਤਾਂ ਜਾ ਕੇ ਇਹਨਾਂ ਨੂੰ ਜਿਹੜਾ ਹੈਗਾ ਰੰਗ ਛੜੇਗਾ। ਐਗਜ਼ੈਕਟਲੀ ਇਹੋ ਚੀਜ਼ ਆ, ਜਿੰਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਨਹੀਂ ਕਰਦੇ, ਆਪਣੀਆਂ ਸੋਚਾਂ, ਖਿਆਲਾਂ, ਵਿਚਾਰ ਮੰਡਲ, ਉਨੀ ਦੇਰ ਤੱਕ ਗੁਰੂ ਦਾ ਰੰਗ ਕਿੱਥੇ ਚੜੇਗਾ। ਇੱਥੇ ਸਾਹਿਬ ਨੇ ਬਿਆਨ ਕੀਤਾ, ਅਬ ਹਮ ਚੱਲੀ ਠਾਕੁਰ ਪੈ ਹਾਰ। ਹੁਣ ਮੈਨੂੰ ਸਮਝ ਆ, ਗੁਰੂ ਰਾਮਦਾਸ ਸਾਹਿਬ ਕਹਿੰਦੇ
अपना आपा गुरु के हवाले करता, गुरु दे समर्पित कर दिता। जब हम शरण प्रभु की आई, राख प्रभु भावें मार। एक विश्वास बिलीव ही होंदा है। बिलीव ये होंदा है कि जो तुसीं किसी ते बिलीव करते हो तो फिर वो बिलीव 100% फेथ करते हो, तुसीं उन्होंने अपने आपे नूं उहदे हवाले कर देंदे हो। जिवें इत्थे एक अजीब किस्म का फिनोमिना देखते हैं असीं, वर्ल्ड वाइड एथीइस्ट। साडे भी बच्चे परांच पर पले हुए, हालांकि मेरे कई बार हासा भी आता है, अच्छा समटाइम दे से ओ भाई साहब आई एम एथीइस्ट। मैं अच्छा, मैं क्या कभी अपनी दादी नूं पुछी, जाके अपनी मम्मी नूं पुछी, पता नहीं किथे किथे अरदासां करके मंगया होना तैनूं, पता नहीं किहड़े किहड़े मतलब गुरुद्वारे दरबार साहब जाके उस अखंड पाठ साहब करवाया होना है, पता नहीं उन्होंने एक बार पुछते लेना सीगा उस रूप दे विच। पर कई बार हुंदा भी आपो अपने ख्याल ने उस रूप दे विच। ठीक है जी। सो आई एम अ नॉन बिलीवर, मैं बिलीव नहीं करता किसी ते। मैं कहा ठीक है, किसी ते बिलीव नहीं करता, जहाज सफ़र करता है, हाँ ट्राई ऑलवेज ट्रैवल एक्चुअली बाय प्लेन, ठीक है। अच्छा उदों फिर पायलट ते बिलीव करता है तो अपना आपा ही हवाला करना, हवाले करना सारा कुछ उहदे सुपुर्द आ। वो मतलब उस रूप दे विच चढ़ाता लाता। अजकल कुछ लोगों च फोबिया होया कि नो 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 वैक्सीन आपां नहीं लवानी। वैक्सीन, मेरा कुलीग है इत्थे गोरा आ, तो रीसेंटली मेरी उहदे नाल इंटरैक्शन हुई तो कहता गुलजार आर यू वैक्सीनेटेड? मैं कहा यस। हो तो वड्डी सारी 2-4 गालां कड्डियां उन्हें, तो गालां कड्ढ के तो कहता डू यू बिलीव इन दिस शट? मैं क्या अच्छा तेनों ये लगता है? कहता हाँ ये जिहड़ा हैगा भी ये तो कुछ भी नहीं हैगी। अच्छा मैं तू कहता आई एम नॉट गोना टेक इट। मैं ठीक है, मैं तू कभी कोई वैक्सीन लई नहीं होनी है ना? कहते नहीं 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 वैसे तो वैक्सीन बहुत लईयां। मैं वो तेरी किचन च बनिया होणगियां, फिर दस उन्हां ते बिलीव कीता तू? टैटनस की वैक्सीन ते बिलीव करदा है, जिहड़ी कि होर कोई पोलियो वास्ते होगी कुछ इस तरीके नाल। अल्टीमेटली वो बंदे विश्वास ते दुनिया चलती है, बेवसाई दे नाल कुछ नहीं चलता। ਜਦੋਂ ਅਸੀਂ ਨਾਮ ਦੀ ਗੱਲ ਕਰਦੇ ਹਾਂ ਨਾ, ਨਾਮ ਕਰਤਾਰ ਦੀ ਹੋਣ ਦਾ ਅਹਿਸਾਸ ਹੈ ਸਾਡੀ ਸੁਰਤ ਵਿੱਚ। ਤੇ ਅਰਦਾਸ ਵਿੱਚ ਅਸੀਂ ਰੋਜ਼ ਮੰਗਦੇ ਹਾਂ ਸਿੱਖਾਂ ਨੂੰ ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਜਿੱਥੇ ਆਪਾਂ ਪ੍ਰਸ਼ਾਦਾ ਛਕੀਏ, ਜਿਵੇਂ ਤੇ ਛਕਣ ਤੋਂ ਪਹਿਲਾਂ ਅਸੀਂ ਥਾਲੀ ਫੜਦੇ ਹਾਂ, ਚਮਚ ਫੜਦੇ ਹਾਂ, ਗਲਾਸ ਫੜਦੇ ਹਾਂ। ਭੁੱਖ ਤੇ ਸਾਡੀ ਪ੍ਰਸ਼ਾਦੇ ਨੇ ਮਿਟਾਉਣੀ ਹੈ, ਪਰ ਉਹ ਸਾਰੇ ਨੂੰ ਛਕਣ ਦੇ ਵਿੱਚ ਜਿਸ ਚੀਜ਼ ਨੇ ਮਦਦ ਕਰਨੀ ਹੈ ਉਹ ਬਰਤਨ ਨੇ। ਵਿਸਾ ਵਿਸ਼ਵਾਸ ਬਿਲੀਵ ਇਹ ਬਰਤਨ ਹੁੰਦਾ ਹੈ। ਜੇ ਬਰਤਨ ਹੈ ਵਿੱਚ ਭੋਜਨ ਵੀ ਪੈ ਜਾਏਗਾ, ਜੇ ਬਰਤਨ ਹੀ ਨਹੀਂਗਾ ਫਿਰ ਭੋਜਨ ਨਹੀਂ ਪਏਗਾ। ਇਹ ਚੇਤੇ ਰੱਖੀਏ। ਇਹ ਬਿਲੀਵ ਜਿਹੜਾ ਹੈ, ਇਹਨੂੰ ਸਾਹਿਬ ਨੇ ਕਿਹਾ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਕੀਨੋ ਪਾਓ, ਉਸ ਨੂੰ ਸੁਖ ਨਾ ਉਪਜੇ, 100 ਗੇੜਾ ਆਓ ਜਾਓ। ਇੱਕ ਵਾਰੀ ਆ ਜਾ, 10 ਵਾਰੀ ਆ ਜਾ, 50 ਵਾਰੀ ਆ ਜਾ, ਬਾਬਾ ਜੀ ਕਹਿੰਦੇ ਮੁੱਕਦੀ ਗੱਲ ਹੈ 100 ਵਾਰੀ ਆ ਜਾ। ਸਤਿਗੁਰ ਕੀ ਪ੍ਰਤੀਤ, ਪ੍ਰਤੀਤ ਵਿਸ਼ਵਾਸ, ਬਿਲੀਵ ਵੀ ਜੇ ਮੇਰਾ ਗੁਰੂ ਮੇਰੇ ਰੱਬ ਉਹਦੇ ਅੱਗੇ ਮੈਂ ਅਰਦਾਸ ਕਰ ਲਈਏ ਉਹ ਮੇਰੀ ਬਾਂਹ ਫੜੇਗਾ, ਉਹ ਕਰਤਾਰ ਹੈ। ਇਸ ਰੂਪ ਦੇ 'ਚ ਬਿਲੀਵ ਹੈ। ਸੋ ਕਿਆ ਕਿ ਹਮ ਨੋਨ ਬਿਲੀਵਰ? ਮੈਂ ਕਿਹਾ ਨੋਨ ਬਿਲੀਵਰ ਹੈ। ਡਾਕਟਰ ਤੇ ਵਿਸ਼ਵਾਸ ਕਰਦਾ ਤਾਂ ਹੀ ਦਵਾਈ ਲੈਣਾ ਉਹਦੇ ਕੋਲ, ਪਾਇਲਟ ਤੇ ਵਿਸ਼ਵਾਸ ਕਰਦਾ ਤਾਂ ਹੀ ਜਹਾਜ਼ ਬਹਿਣਾ। ਸੰਸਾਰ ਇਸੇ ਰੂਪ ਵਿੱਚ ਚੱਲਦਾ ਹੈ। ਇਹ ਵਿਸ਼ਵਸਨੀयता ਹੈ। ਰਿਸ਼ਤੇ ਨਾਤੇ ਸੰਬੰਧ ਵਿਸ਼ਵਾਸ ਤੇ ਖੜੇ ਨੇ ਸਭ, ਤੇ ਸਭ ਦੇ ਵਿੱਚ ਵੱਡਾ ਵਿਸ਼ਵਾਸ ਉਹਦਾ ਹੈ ਜਿਸਨੇ ਜੀਵਨ ਦਿੱਤਾ ਹੈ, ਜਿਹਨੂੰ ਸਭ ਨੇ। ਦੇਖੋ ਇਸ ਤੋਂ ਸਰਲ ਕੀ ਪੜਾਂਗੇ? ਤੂੰ ਕਾਹੇ ਡੋਲੇ ਪ੍ਰਾਣੀਆਂ। ਮਹਾਰਾਜ ਮੈਂ ਤੇ ਪੈਰ ਪੈਰ ਤੇ ਡੋਲਦਾ, ਮਾੜੀ ਮਾੜੀ ਗੱਲ ਦੇ ਉੱਤੇ ਘਬਰਾ ਜਾਂਦਾ, ਮਾੜੀ ਜੀ ਕੋਈ ਸੱਜੇ ਖੱਬੇ ਹੋਏ ਤੇ ਮੇਰਾ ਤੇ ਮਨ ਕਹਿੰਦਾ ਵੀ ਬਸ ਹੁਣ ਤੇ ਸਭ ਖਤਮ ਹੀ ਹੋ ਜਾਏਗਾ। ਬਾਬਾ ਜੀ ਕਹਿੰਦੇ ਨਾ, ਤੈਨੂੰ ਮੈਂ ਵਿਸ਼ਵਾਸ ਦਵਾਉਣਾ, ਤੂੰ ਕਾਹੇ ਡੋਲੇ ਪ੍ਰਾਣੀਆਂ। ਤੂੰ ਕਾਹਦੇ ਲਈ ਡੋਲਦਾ? ਤੂੰ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ, ਜਿਨੇ ਤੈਨੂੰ ਧਰਤੀ ਤੇ ਲਿਆਂਦਾ, ਜੀਵਨ ਦਿੱਤਾ, ਜਿਹੜਾ ਜੀਵਨ ਦਹਿੰਦਿਆ, ਉਹ ਜਿਹੜਾ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਉਹ ਤੈਨੂੰ ਜੀਵਨ ਦਾ ਆਸਰਾ ਵੀ ਦੇਗਾ। ਇੱਥੇ ਬਚਨ ਆਇਆ ਜਬ ਹਮ ਸ਼ਰਨ ਪ੍ਰਭੂ ਕੀ ਆਈ, ਜਦੋਂ ਮੈਂ ਇਸ ਵਿਸ਼ਵਾਸ 'ਚ ਚਲਾ ਗਿਆ ਕਿ ਬਿਲਕੁਲ ਮਨ ਕਰਕੇ ਤਨ ਕਰਕੇ ਮੈਂ ਉਦੋਂ ਹੀ ਆਸਥਾ 'ਚ ਰਹਿਣਾ ਆ। ਰਾਖ ਪ੍ਰਭੂ ਭਾਵੇਂ ਮਾਰ, ਹੇ ਮਾਲਕ ਹੁਣ ਤੇਰੇ ਤੇ ਹੈ, ਤੂੰ ਮੈਨੂੰ ਚਾਹੇ ਤੇ ਆਤਮਿਕ ਤੌਰ ਤੇ ਜਿਵਾ ਦੇ, ਚਾਹੇ ਤੇ ਆਤਮਿਕ ਤੌਰ ਤੇ ਮਾਰ ਦੇ। ਫਿਰ ਅਗਲਾ ਬਚਨ ਆ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ। ਜਿਵੇਂ ਆਸਾ ਕੀ ਵਾਰ ਪੜ੍ਹੀਏ, ਮਹਾਰਾਜ ਬਿਆਨ ਕਰਦੇ ਕਿ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਜਿਹੜੇ ਬਹੁਤ ਸੁਚੇਤ ਹੋ ਜਾਂਦੇ ਨਾ, ਸੁਚੇਤ ਦਾ ਮਤਲਬ ਹੁੰਦਾ ਕਿ ਬੜਾ ਬੰਦਾ ਆਪਣੇ ਆਪ ਨੂੰ ਸੋਚੇ ਕਿ ਮੇਰੇ ਤੋਂ
ਇੰਟੈਲੀਜੈਂਟ ਕੋਈ ਨਹੀਂਗਾ, ਸਿਆਣਾ ਕੋਈ ਨਹੀਂਗਾ, ਬੜਾ ਜਿਹਦਾ ਇੰਟਲੈਕਟ ਕੰਮ ਕਰਨਾ ਸ਼ੁਰੂ ਕਰ ਦੇ, ਸਮਝੋ ਇਹ ਜਿਹੜੀ ਹਾਲਤ ਬਣ ਗਈ ਇਹ ਹੁਣ ਮਾਰਨ ਵਾਲੀ ਹਾਲਤ ਬਣ ਗਈ। ਬੌਧਿਕਤਾ ਉਸੇ ਲੈਵਲ ਤੱਕ ਹੀ ਰਹੀ। ਜਿਵੇਂ ਸਪੋਜ਼ ਕਰੋ, ਇਹਨੂੰ ਸਰਲ ਕਰ ਦੇਣਾ ਮੈਂ, ਮਾਂ ਬਾਪ ਤੋਂ ਸਿਆਣਾ ਬੱਚਾ ਨਹੀਂ ਹੋ ਸਕਦਾ, ਇਹ ਪੱਕੀ ਗੱਲ ਹੈ। ਇੱਕ ਰੰਗ ਹੋਰ, ਚਲੋ ਬਾਈ ਚਾਂਸ ਬਾਬਾ ਨਾਨਕ ਜੀ ਦੀ ਬਾਤ ਆਪਾਂ ਕਰ ਰਹੇ ਹਾਂ ਸਵੇਰੇ, ਬਾਬਾ ਜੀ ਦੇ ਵਿਆਹ ਦੀ ਬਾਤ ਆਪਨੇ ਕਦੀ ਕਦੇ ਸਾਖੀ, ਕਦੀ ਇਤਿਹਾਸ ਸੁਣਿਆ ਹੋਏ। ਅਸਲ 'ਚ ਬਾਬਾ ਜੀ ਦੇ ਸਹੁਰਾ ਸਾਹਿਬ ਸੀ ਬਾਬਾ ਮੂਲ ਚੰਦ ਜੀ ਖੱਤਰੀ ਬਟਾਲੇ ਤੋਂ, ਅਤੇ ਉਹ ਅਕਸਰ ਉਹਨਾਂ ਦਿਨਾਂ 'ਚ ਜਿਹੜੀ ਪੰਜਾਬ ਦੀ ਕੈਪੀਟਲ ਸੀ ਉਹ ਲਾਹੌਰ ਨਹੀਂ ਸੀਗੀ, ਸੁਲਤਾਨਪੁਰ ਸੀਗੀ। ਨਵਾਬ ਦੌਲਤ ਖਾਂ ਇੰਚਾਰਜ ਸੀ ਲੋਧੀ ਖਾਨਦਾਨ ਦੇ ਵਿੱਚ ਸਾਰੇ 'ਚ। ਅਤੇ ਜਦੋਂ ਕਿਤੇ ਇੱਥੇ ਸਰਕਾਰੀ ਅਫਸਰਾਨ ਨੇ ਆਉਣਾ, ਜਿਹੜੇ ਸਾਰੇ ਬਿਊਰੋਕ੍ਰੇਸੀ ਰਨ ਕਰਦੇ ਸੀਗੇ, ਅਤੇ ਉਹਨਾਂ ਜਿਹੜੇ ਤੇ ਹੁੰਦੇ ਸੀ ਮੁਸਲਮਾਨ, ਉਹ ਤੇ ਜਿਹੜਾ ਸ਼ਾਹੀ ਮਹਿਮਾਨ ਖਾਨਾ ਸੀਗਾ ਉਹਦੇ 'ਚ ਠਹਿਰਦੇ ਸੀਗੇ। ਜਿਹੜੇ ਗੈਰ ਮੁਸਲਮਾਨ ਸੀ ਉਹ ਉੱਥੇ ਠਹਿਰਦੇ ਨਹੀਂ ਸੀ, ਕਿਉਂਕਿ ਉਹਨਾਂ ਵਾਸਤੇ ਉੱਥੇ ਭੋਜਨ ਹੀ ਨਹੀਂ ਸੀ ਹੁੰਦਾ, ਫੂਡ ਹੀ ਨਹੀਂ ਸੀ ਹੁੰਦਾ, ਕਿਉਂਕਿ ਸਾਰਾ ਫੂਡ ਜਿਹੜਾ ਸੀਗਾ ਉਹ ਉਹਨਾਂ ਦੀ ਸ਼ਰਈ ਰਵਾਇਤ ਮੁਤਾਬਕ ਹੁੰਦਾ ਸੀ। ਫਿਰ ਉਹ ਕੀ ਕਰਦੇ ਸੀਗੇ, ਜਿਹੜੇ ਉਹਨਾਂ ਦੇ ਹਮ ਰੁਤਬਾ ਹੁੰਦੇ ਸੀ ਗੈਰ ਮੁਸਲਮਾਨ, ਉਹਨਾਂ ਦੇ ਘਰਾਂ 'ਚ ਜਾ ਕੇ ਠਹਿਰਦੇ ਸੀਗੇ। ਜਿਵੇਂ ਬਾਬਾ ਮੂਲ ਚੰਦ ਜੀ ਨੇ ਆਉਣਾ, ਪਟਵਾਰ ਖਾਨੇ ਦੇ ਵਿੱਚ ਵੱਡੇ ਅਫਸਰ ਸੀਗੇ ਉਹ, ਅਤੇ ਉਹਨਾਂ ਨੇ ਫਿਰ ਠਹਿਰਨਾ ਕਿੱਥੇ, ਭਾਈਆ ਜੈ ਰਾਮ ਜੀ ਦੇ ਘਰੇ, ਗੁਰੂ ਨਾਨਕ ਸਾਹਿਬ ਜੀ ਦੀ ਭੈਣ ਜੀ ਬੇਬੇ ਨਾਨਕੀ ਜੀ, ਉਹਨਾਂ ਦੇ ਜਿਹੜੇ ਉਹਨਾਂ ਦਾ ਘਰ ਸੀਗਾ, ਉਹਨਾਂ ਦੇ ਘਰੇ, ਕਿਉਂਕਿ ਅਕਸਰ ਸਰਕਾਰੀ ਅਫਸਰਾਂ ਦਾ ਆਉਣਾ ਜਾਣਾ ਹੋਣਾ ਉੱਥੇ ਉਹਨਾਂ ਨੇ ਠਹਿਰਨਾ। ਬੇਬੇ ਨਾਨਕੀ ਜੀ ਨੇ ਬੜਾ ਪਿਆਰ ਨਾਲ, ਸਤਿਕਾਰ ਨਾਲ, ਬੜੇ ਮਤਲਬ ਉਹਨਾਂ ਨੂੰ ਪਿਤਾ ਦੀ ਤਰ੍ਹਾਂ ਸਤਿਕਾਰ ਦੇਣਾ। ਇੱਕ ਦਿਨ ਕੀ ਹੋਇਆ ਕਿ ਬਾਬਾ ਮੂਲ ਚੰਦ ਜੀ ਜਦੋਂ ਜਾਣ ਲੱਗੇ ਤਾਂ ਗੁਰੂ ਨਾਨਕ ਸਾਹਿਬ ਨੂੰ ਦੇਖਣਾ, ਮੋਦੀਦਾਰ ਦੀ ਉੱਥੇ ਕਾਰ ਕਰਦੇ ਨੇ, ਕਹਿ ਲਓ ਕਿ ਉਸ ਵਕਤ ਦੇ ਉਹ ਟ੍ਰੈਜ਼ਰੀ ਸੈਕਟਰੀ ਨੇ ਗੁਰੂ ਨਾਨਕ ਸਾਹਿਬ, ਦੌਲਤ ਖਾਨ ਦੇ ਉਸ ਵਜ਼ਾਰਤ ਜਾਂ ਉਸੇ ਨਿਜ਼ਾਮ ਦੇ ਵਿੱਚ। ਬਾਬਾ ਮੂਲ ਚੰਦ ਜੀ ਨੇ ਕੀ ਕਿਹਾ ਕਿ ਬੇਬੇ ਨਾਨਕੀ ਨੂੰ ਇੱਕ ਦਿਨ ਸਵੇਰੇ ਕਿਤੇ ਜਾਣ ਲੱਗੇ, ਰਾਤ ਆਏ ਠਹਿਰੇ ਸੀਗੇ, ਵਿਦਾ ਹੋਣ ਲੱਗੇ, ਅਤੇ ਬੇਬੇ ਨਾਨਕੀ ਜੀ ਨੂੰ ਕੋਲ ਬੁਲਾਇਆ ਅਤੇ ਬੁਲਾ ਕੇ ਕਹਿਣ ਲੱਗੇ ਕਿ ਬੇਟਾ, ਮੇਰੇ ਘਰ ਦੇ 'ਚ ਇੱਕ ਬੱਚੀ ਹੈ, ਬਿਲਕੁਲ ਤੁਹਾਡੇ ਵੀਰ ਦੇ ਹਾਣ ਪ੍ਰਾਣ ਦੀ, ਅਤੇ ਮੇਰੀ ਦਿਲੀ ਇੱਛਾ ਆ ਕਿ ਉਸ ਬੱਚੀ ਨੂੰ ਤੁਹਾਡੇ ਵਿਹੜੇ ਦਾ ਪਿਆਰ ਮਿਲੇ। ਇਹ ਕਹਿੰਦੇ ਹੋਏ ਖੀਸੇ 'ਚ ਹੱਥ ਪਾਇਆ, ਜੇਬ ਦੇ ਵਿੱਚ, ਪਾਕਟ 'ਚ, ਅਤੇ ਉਹਦੇ ਵਿੱਚੋਂ ਇੱਕ ਚਾਂਦੀ ਦਾ ਰੁਪਈਆ ਕੱਢਿਆ, ਅਤੇ ਉਹ ਬੇਬੇ ਨਾਨਕੀ ਨੂੰ ਇਸ ਤਰੀਕੇ ਨਾਲ ਪਕੜਾਉਣ ਲੱਗੇ। ਹੁਣ ਜਿਹੜੇ ਲੋਕ ਪੰਜਾਬੀ ਟ੍ਰੈਡੀਸ਼ਨ ਨੂੰ ਜਾਣਦੇ, ਚਾਂਦੀ ਦਾ ਰੁਪਈਆ ਦੇਣ ਦਾ ਮਤਲਬ ਕੀ ਹੈ, ਆਪਣੀ ਬੱਚੀ ਦੇ ਰਿਸ਼ਤੇ ਨੂੰ ਆਫਰ ਕਰ ਰਹੇ ਨੇ। ਬੇਬੇ ਨਾਨਕੀ ਜੀ ਬੜੇ ਖੁਸ਼ ਹੋਏ, ਅਤੇ ਰੁਪਈਆ ਨਹੀਂ ਫੜਿਆ, ਦੋਨੋਂ ਹੱਥਾਂ ਦੇ ਨਾਲ ਬਾਬਾ ਮੂਲ ਚੰਦ ਜੀ ਦਾ ਹੱਥ ਫੜ ਲਿਆ ਮੈਂ, ਅਤੇ ਕਹਿਣ ਲੱਗੇ, ਬਜ਼ੁਰਗਵਾਰ, ਸਾਡੀ ਏਡੀ ਵੱਡੀ ਨਵਾਜ਼ਸ਼ ਸਾਡੇ ਵਾਸਤੇ, ਸਾਡੇ ਸਿਰ ਮੱਥੇ, ਬਹੁਤ ਵਡਭਾਗਤਾ ਹੈ ਸਾਡੀ, ਮੈਨੂੰ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਰਿਸ਼ਤਾ ਬਣੇਗਾ, ਇਸ ਤੋਂ ਵੱਡੇ ਚਾਅ ਦੀ ਗੱਲ ਕੀ ਹੋ ਸਕਦੀ ਹੈ। ਪਰ ਜਿਹਦੇ ਰਿਸ਼ਤੇ ਤੁਸੀਂ ਗੱਲ ਕਰ ਰਹੇ ਹੋ ਉਹ ਮੇਰਾ ਵੀਰ ਨਹੀਂ ਇਕੱਲਾ, ਜੇ ਵੀਰ ਹੁੰਦਾ ਤਾਂ ਮੇਰੇ ਫੜ ਲੈਣਾ ਸੀ ਰੁਪਈਆ, ਉਹ ਤੇ ਮੇਰਾ ਗੁਰੂ ਪੀਰ ਹੈ, ਉਹ ਤੇ ਮੇਰਾ ਪੀਰ ਅਸਲ ਦੇ 'ਚ, ਉਸ ਦੇ ਤੇ ਅਸੀਂ ਛੋਟੀਆਂ ਛੋਟੀਆਂ ਘਰ ਦੀਆਂ ਗੱਲਾਂ ਵੀ ਉਹਦੇ ਕੋਲੋਂ ਪੁੱਛ ਕੇ ਕਰਦੇ ਹਾਂ, ਉਹ ਤੇ ਸਾਡੇ ਵਾਸਤੇ ਦੀਨ ਦੁਨੀ ਦਾ ਵਲੀ ਹੈ। ਗੱਲ ਇਹ ਹੈ ਕਿ ਤੁਹਾਡੀ ਇਹ ਗੱਲ ਜਿਹੜੀ ਹੈ ਮੈਂ ਉਹਦੇ ਨਾਲ ਜ਼ਰੂਰ ਕਰਾਂਗੀ, ਮੈਂ ਰੁਪਈਆ ਨਹੀਂ ਫੜ ਸਕਦੀ, ਇਹਦੇ ਵਾਸਤੇ ਮਾਫੀ ਚਾਹੁੰਦੀ ਹਾਂ। ਬਾਬਾ ਮੂਲ ਚੰਦ ਜੀ ਕਹਿੰਦੇ, ਕੋਈ ਗੱਲ ਨਹੀਂ ਬੇਟਾ, ਜਿਵੇਂ ਤੈਨੂੰ ਠੀਕ ਲੱਗਦਾ ਆ, ਮੇਰੇ ਵੱਲੋਂ ਇਹ ਰਿਸ਼ਤਾ ਤੁਹਾਡੇ ਵਾਸਤੇ ਬਿਲਕੁਲ, ਜਦੋਂ ਤੁਸੀਂ ਕਹੋਗੇ ਉਦੋਂ ਤਿਆਰ ਹੈ। ਠੀਕ ਹੈ ਜੀ। ਇਹ ਬਾਤ ਹੋਈ ਅਤੇ ਬਾਬਾ ਮੂਲ ਚੰਦ ਜੀ ਚਲੇ ਗਏ। ਹੁਣ ਜਦੋਂ ਬਾਬਾ ਜੀ ਆਏ ਸ਼ਾਮ ਨੂੰ ਗੁਰੂ ਨਾਨਕ ਸਾਹਿਬ ਬੇਬੇ ਨਾਨਕ ਜੀ ਦੇ ਕੋਲ, ਅਤੇ ਬੇਬੇ ਨਾਨਕ ਜੀ ਨੇ ਬੜੀ ਖੁਸ਼ੀ ਨਾਲ ਸਾਰੀ ਗੱਲ ਸੁਣਾਈ। ਮੈਂ ਲੌਂਗ ਸਟੋਰੀ ਸ਼ਾਰਟ ਕਰਾਂ ਉਸ ਰੂਪ ਦੇ 'ਚ, ਅਤੇ ਬਾਬਾ ਜੀ ਬੜੇ ਖੁਸ਼, ਗੁਰੂ ਨਾਨਕ ਸਾਹਿਬ ਜੀ ਖੁਸ਼ ਹੋਏ, ਅਤੇ ਖੁਸ਼ ਹੋਏ ਕਹਿਣ ਲੱਗੇ ਵੀ ਭੈਣ ਜੀ ਬਿਲਕੁਲ ਠੀਕ ਹੈ, ਤੁਸੀਂ ਵਿਆਹ ਕਰਾਇਆ, ਮੈਂ ਵੀ ਕਰਾਵਾਂਗਾ ਵਿਆਹ। ਭੈਣ ਜੀ ਬੜੇ, ਬੇਬੇ ਨਾਨਕ ਜੀ ਖੁਸ਼, ਉਹਨੇ ਸੋਚਿਆ ਸ਼ਾਇਦ ਹੋ ਸਕਦਾ ਹੀ ਕਹਿਣ ਵੀ ਨੋ ਆਈ ਐਮ ਰਿਨਾਊਂਸ ਦਿਸ ਵਰਲਡ, ਆਈ ਐਮ ਨੋਟ ਗੋਇੰ ਟੂ ਗੈਟ ਮੈਰਿਡ ਐਟ ਆਲ, ਨੋ ਦੈਟਸ ਨੋਟ ਦੈਟ ਪਾਥ ਆਫ ਮਾਈਨ, ਨੋ। ਬਾਬਾ ਜੀ ਕਹਿੰਦੇ ਹਾਂ ਜ਼ਰੂਰ। ਬੇਬੇ ਨਾਨਕੀ ਜੀ ਨੇ ਬੜੇ ਮਤਲਬ ਪਿਆਰ ਨਾਲ ਗੁਰੂ ਨਾਨਕ ਸਾਹਿਬ ਨੂੰ ਗਲਵੱਕੜੀ ਪਾਈ। ਪਰ ਬਾਬਾ ਜੀ ਕਹਿੰਦੇ, ਭੈਣ ਜੀ ਤੁਸੀਂ ਤੇ ਅਸੀਂ ਕਦੋਂ ਦੇ ਸਿਆਣੇ ਹੋ ਗਏ ਇਹ ਰਿਸ਼ਤੇ ਕਰਨ ਵਾਲੇ, ਇਹ ਤੇ ਕੰਮ ਹੈ ਮਾਤਾ ਪਿਤਾ ਦਾ, ਤੁਸੀਂ ਇਹ ਗੱਲ ਕਰੋ ਮਾਤਾ ਪਿਤਾ ਨਾਲ ਜਾ ਕੇ। ਆਪ ਦੇਖੋ, ਮਤਲਬ ਜਿਹੜੀ ਮੈਂ ਬਾਤ ਕੀਤੀ ਕਿ ਜਦੋਂ ਆਪਾਂ ਉਸ ਲੈਵਲ ਤੇ ਆ ਜਾਈਏ ਨਾ, ਤੇ ਪਤਾ ਲੱਗਦਾ ਕਿ ਬੰਦੇ ਦੀ ਇੱਕ ਸਮਰੱਥਾ ਹੈ, ਬਸ ਉਸ ਤੋਂ ਉੱਤੇ ਫਿਰ ਸਮਰੱਥਾ ਕੁਦਰਤ ਨੇ ਕਿਸੇ ਹੋਰ ਨੂੰ ਰੋਲ ਦਿੱਤਾ। ਇੱਕ ਹਾਇਰ ਲੈਵਲ ਦਾ ਰੋਲ ਕਾਦਰ ਨੇ ਆਪਣੇ ਕੋਲ ਰੱਖਿਆ, ਜਿੱਥੇ ਜਾ ਕੇ ਮੱਥਾ ਟੇਕੀਦਾ, ਜਿੱਥੇ ਜਾ ਕੇ ਸਿਜਦਾ ਕਰਦੇ ਸਿਰ ਝੁਕਾ ਦੀਦਾ। ਇੱਥੇ ਬਾਬਾ ਜੀ ਨੇ ਬਿਆਨ ਕੀਤਾ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ। ਬੰਦਾ ਵੱਡਾ ਰਾਜਾ ਸ਼ਾਹ, ਵੱਡੇ ਤੋਂ ਵੱਡਾ ਆਲਮ ਫਾਜ਼ਲ, ਜੋ ਮਰਜੀ ਹੋਏ, ਜਦੋਂ ਗੁਰੂ ਕੇ ਦੁਆਰੇ ਆਇਆ ਉਦੋਂ ਗਦਾਧਰ ਹੈ, ਉਦੋਂ ਭਿਖਾਰੀ ਹੈ,
ਉਦੋਂ ਕੋਈ ਲੁਕਾਈ ਦੀ ਕਿਸੇ ਦੀ ਕੋਈ ਹਿਆ ਸ਼ਰਮ ਕੁਛ ਨਹੀਂ। ਉੱਥੇ ਤੇ ਫਿਰ ਆ ਕੇ ਨਤਮਸਤਕ ਹੀ ਹੋਣਾ, ਸਿਜਦਾ ਹੀ ਕਰਨਾ, ਉੱਥੇ ਤੇ ਲਾਈਨ 'ਚ ਹੀ ਲੱਗਣਾ। ਇੱਥੇ ਫਿਰ ਕੋਈ ਉਹ ਚਤੁਰਾਈ ਉਪਮਾ ਨਹੀਂ ਕੁਛ ਕਿਸੇ ਰੂਪ ਦੇ 'ਚ ਮਾਇਨੇ ਰੱਖਦੀ। ਅਗਲਾ ਬਚਨ ਆ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਡਾਰ। ਮੈਂ ਤੇ ਆਪਣਾ ਆਪਾ ਨਿਛਾਵਰ ਕਰਤਾ ਹੈ ਗੁਰੂ, ਹੈ ਰੱਬ ਜੀ ਤੇਰੇ ਅੱਗੇ, ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ। ਬਾਕੀ ਤੇਰਾ ਵੀ ਸੁਭਾਅ ਦੇਖਿਆ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। हे ਮਾਲਕ, ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ। ਤੂੰ ਆਪਣੇ ਨਵਾਜਿਸ਼ ਦੇ ਘਰ ਵਿੱਚ ਆਉਣਾ ਤੇ ਉਹਨੂੰ ਰੱਖ ਲੈਣਾ, ਉਹਦੀ ਲੱਜ ਪਾਲਣਾ। ਜਨ ਨਾਨਕ ਸ਼ਰਨ ਤੁਮਹਾਰੀ ਹਰ ਜੀਓ, ਰਾਖੋ ਲਾਜ ਮੁਰਾਰ। हे ਮਾਲਕ, ਮੇਰੀ ਵੀ ਸ਼ਰਨ ਆਏ ਦੀ ਲੱਜ ਰੱਖੀ, ਕਿਉਂਕਿ ਤੂੰ ਮੁਰਾਰ ਹੈ, ਮੁਰ ਨਾਂ ਦੇ ਰਾਖਸ਼ ਨੂੰ ਮਾਰਨ ਵਾਲਾ ਹੈ। ਸਾਡੇ ਅੰਦਰ ਨੂੰ ਹੰਕਾਰ, ਅੰਦਰ ਦੇ ਹੰਕਾਰ ਨੂੰ ਖਤਮ ਕਰਕੇ ਅੰਦਰ ਨਿਰੰਕਾਰ ਤੇ ਨਾਰਾਇਣ ਦੀ ਪਦਾਇਸ਼ ਕਰਾਉਣ ਵਾਲਾ ਹੈ। ਸਾਹਿਬ ਰਹਿਮਤ ਕਰਨ, ਐਸੇ ਆਲਮੀ ਸੰਦੇਸ਼, ਅਗੰਮੀ ਸੰਦੇਸ਼ ਸਾਡੀ ਸੁਰਤ ਵਿੱਚ ਸਾਨੂੰ ਰੋਸ਼ਨੀ ਦੇਣ, ਸਾਨੂੰ ਸੁਰਤੇ ਆਪ ਕਰਨ, ਸਾਨੂੰ ਇਨਲਾਈਟਡ ਕਰਨ। ਇਹ ਸਾਡੀ ਅਰਦਾਸ ਹੈ ਮਾਲਕ ਦੇ ਚਰਨਾਂ ਦੇ ਵਿੱਚ। ਇੱਥੇ ਸਮਾਪਤੀ ਹੈ। ਰਾਗੀ ਵੀਰ ਆਏ ਨੇ, ਅਗਲਾ ਸਮਾਗਮ ਉਹ ਚਲਾਣਗੇ। ਮੈਨੂੰ ਇੱਥੇ ਇਜਾਜ਼ਤ ਦੇਣੀ, ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।